Hello guys, today we will learn about revaluation account or profit and loss adjustment account. Revaluation account or reassessment of liabilities ਇਹ ਅਕਾਊਂਟ ਆਪਾਂ ਕਦੋਂ ਬਣਾਉਂਦੇ ਆ ਜਿਸ ਕੇਸ ਦੇ ਵਿੱਚ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਚੇਂਜ ਹੋਈ ਹੋਵੇ, ਜਦੋਂ ਕੋਈ ਨਿਊ ਪਾਰਟਨਰ ਆਪਾਂ ਐਡਮਿਟ ਕਰਦੇ ਆ ਜਾਂ ਫਿਰ ਜਦੋਂ ਕੋਈ ਕਿਸੇ ਪਾਰਟਨਰ ਦੀ ਡੈਥ ਹੋਵੇ, ਠੀਕ ਹੈ, ਕੋਈ ਪਾਰਟਨਰ ਰਿਟਾਇਰ ਹੋਇਆ ਹੋਵੇ, ਉਸ ਲਈ ਆਪਾਂ ਆਪਣੇ ਜਿੰਨੇ ਵੀ ਐਸੈਟਸ ਆ ਅਤੇ ਜਿੰਨੀਆਂ ਵੀ ਲਾਈਬਿਲਿਟੀਜ਼ ਆ ਉਹਨਾਂ ਦੀ ਰੀਵੈਲੂਏਸ਼ਨ ਜਾਂ ਫਿਰ ਰੀਅਸੈਸਮੈਂਟ ਕਰਦੇ ਹਾਂ। ਅਤੇ ਰੀਵੈਲੂਏਸ਼ਨ ਕਰਨ ਵੇਲੇ ਕੀ ਹੋਊਗਾ, ਕੋਈ ਐਸੈਟਸ ਇੱਦਾਂ ਦੇ ਹੋਣਗੇ ਜਿਨ੍ਹਾਂ ਦੀ ਵੈਲਿਊ ਇਨਕਰੀਜ਼ ਹੋ ਜੂਗੀ, ਕੋਈ ਲਾਈਬਿਲਿਟੀ ਇੱਦਾਂ ਦੀ ਹੋ ਸਕਦੀ ਹੈ ਜਿਹਦੀ ਵੈਲਿਊ ਰਿਡਿਊਸ ਹੋ ਜਾਵੇ, ਕੋਈ ਇੱਦਾਂ ਦਾ ਐਸੈਟ ਹੋ ਸਕਦਾ ਜਿਹੜਾ ਆਪਾਂ ਰਿਕਾਰਡ ਨਾ ਕੀਤਾ ਹੋਵੇ, ਜਾਂ ਫਿਰ ਕੋਈ ਇੱਦਾਂ ਦੀ ਲਾਈਬਿਲਿਟੀ ਹੋ ਸਕਦੀ ਆ ਜਿਹੜੀ ਆਪਾਂ ਪਹਿਲਾਂ ਰਿਕਾਰਡ ਨਾ ਕੀਤੀ ਹੋਵੇ, ਅਤੇ ਉਹਨਾਂ ਦੀ ਅਕਾਊਂਟਿੰਗ ਐਡਜਸਟਮੈਂਟ ਕੀ ਹੋਊਗੀ। ਠੀਕ ਹੈ, ਇਹਦਾ ਫਿਲਹਾਲ ਆਪਾਂ ਲੈਜਰ ਅਕਾਊਂਟ ਡਿਸਕਸ ਕਰਦੇ ਹਾਂ। ਜਨਰਲ ਐਂਟਰੀਜ਼ ਵੀ ਸਿੰਪਲੀ ਪਾਸ ਹੋ ਜਾਂਦੀਆਂ। ਪਹਿਲਾਂ ਰੀਵੈਲੂਏਸ਼ਨ ਅਕਾਊਂਟ ਦੇਖੋ। ਇਹ ਅਕਾਊਂਟ ਤੁਹਾਡੇ ਲਈ ਬਹੁਤ ਕੰਮ ਆਉਣਾ। ਹਰੇਕ ਚੈਪਟਰ ਦੇ ਵਿੱਚ ਜਿੰਨੇ ਵੀ ਅੱਗੇ ਨੈਕਸਟ ਚੈਪਟਰਸ ਆ ਸਾਰਿਆਂ ਦੇ ਵਿੱਚ ਰੀਵੈਲੂਏਸ਼ਨ ਅਕਾਊਂਟ ਪ੍ਰਪੇਅਰ ਕਰਨਾ ਪੈਂਦਾ, ਅਤੇ ਰੂਲਸ ਹਰੇਕ ਚੈਪਟਰ ਦੇ ਵਿੱਚ ਸੇਮ ਆ। ਦੇਖੋ, ਰੀਵੈਲੂਏਸ਼ਨ ਅਕਾਊਂਟ 'ਚ ਕੀ ਕਰਨਾ, ਇਫ ਡਿਕਰੀਜ਼ ਇਨ ਵੈਲਿਊ ਆਫ ਐਸੈਟ, ਜੇ ਐਸੈਟ ਦੀ ਕਿਸੇ ਐਸੈਟ ਦੀ ਬੁੱਕ ਵੈਲਿਊ ਦੇ ਵਿੱਚ ਡਿਕਰੀਜ਼ ਆਇਆ, that will be recorded on the debit side of revaluation account. To increase in amount of liabilities, ਜੇ ਕੋਈ ਲਾਈਬਿਲਿਟੀ ਇਨਕਰੀਜ਼ ਕਰ ਗਈ ਬੁੱਕ ਵੈਲਿਊ ਨਾਲੋਂ, ਉਹ ਵੀ ਡੈਬਿਟ ਸਾਈਡ 'ਤੇ ਆਊਗੀ। ਟੂ ਅਨਰਿਕਾਰਡਡ ਲਾਈਬਿਲਿਟੀਜ਼ ਅਕਾਊਂਟ, ਜੇ ਕੋਈ ਲਾਈਬਿਲਿਟੀ ਆਪਾਂ ਰਿਕਾਰਡ ਨਹੀਂ ਕੀਤੀ ਇਹਦਾ ਮਤਲਬ ਹੁਣ ਰਿਕਾਰਡ ਕਰਨੀ ਪੈ ਰਹੀ ਆ, ਅਤੇ ਉਹੀ ਸੇਮ ਚੀਜ਼ ਦੀ ਬਣ ਜਾਣੀ ਹੈ ਜਿੱਦਾਂ ਇਹਦੇ ਵਿੱਚ ਲਾਈਬਿਲਿਟੀ ਇਨਕਰੀਜ਼ ਹੋਊਗੀ। ਅਤੇ ਜੇ ਆਪਾਂ ਅਨਰਿਕਾਰਡਡ ਲਾਈਬਿਲਿਟੀ ਨੂੰ ਰਿਕਾਰਡ ਕਰਾਂਗੇ, ਇਹਦਾ ਮਤਲਬ ਲਾਈਬਿਲਿਟੀ ਦਾ ਅਮਾਊਂਟ ਇਨਕਰੀਜ਼ ਹੋਇਆ, ਉਹ ਵੀ ਡੈਬਿਟ ਸਾਈਡ 'ਤੇ। ਕ੍ਰੈਡਿਟ ਸਾਈਡ 'ਤੇ ਜੇ ਕਿਸੇ ਐਸੈਟ ਦੀ ਵੈਲਿਊ ਇਨਕਰੀਜ਼ ਹੋਈ, ਡਿਕਰੀਜ਼ ਇਨ ਅਮਾਊਂਟ ਆਫ ਲਾਈਬਿਲਿਟੀ, ਜੇ ਲਾਈਬਿਲਿਟੀ ਡਿਕਰੀਜ਼ ਹੋਈ, ਜਾਂ ਫਿਰ ਕੋਈ ਅਨਰਿਕਾਰਡਡ ਐਸੈਟ ਜਿਹਦੀ ਆਪਾਂ ਪਹਿਲਾਂ ਰਿਕਾਰਡਿੰਗ ਨਹੀਂ ਕੀਤੀ ਸੀ, ਉਹ ਸਾਰੀਆਂ ਐਂਟਰੀਜ਼ ਕ੍ਰੈਡਿਟ ਹੋਣਗੀਆਂ। ਦੋਨੋਂ ਸਾਈਡ ਦਾ ਟੋਟਲ ਕਰਕੇ ਜਿਹੜਾ ਆਪਾਂ ਡਿਫਰੈਂਸ ਲਵਾਂਗੇ ਉਹ ਕੀ ਆ ਜਾਊਗਾ, ਜੇ ਡੈਬਿਟ ਸਾਈਡ 'ਤੇ ਬੈਲੈਂਸ ਆਇਆ, that will be treated as profit on devaluation, and same will be transferred to partners capital account in their old ratio, in their old profit sharing ratio. And same in case of credit side, ਜੇ loss ਆਇਆ, and loss will also be transferred to partners capital account in their old profit sharing ratio. ठीक है, and if we have been asked to pass journal entries, ਫਿਰ ਜਨਰਲ ਐਂਟਰੀਜ਼ ਆਪਾਂ ਕਿੱਦਾਂ ਪਾਸ ਕਰਨੀਆਂ, ਰੀਵੈਲੂਏਸ਼ਨ ਅਕਾਊਂਟ ਟੂ ਪਾਰਟਨਰ ਟੂ ਐਸੈਟ ਅਕਾਊਂਟ, ਰੀਵੈਲੂਏਸ਼ਨ ਅਕਾਊਂਟ ਟੂ ਲਾਈਬਿਲਿਟੀ ਅਕਾਊਂਟ, ਰੀਵੈਲੂਏਸ਼ਨ ਅਕਾਊਂਟ ਟੂ ਲਾਈਬਿਲਿਟੀ ਅਕਾਊਂਟ। ਅਤੇ ਜੇ ਕਿਸੇ ਐਸੈਟ ਦੀ ਵੈਲਿਊ ਇਨਕਰੀਜ਼ ਹੋਈ ਹੋਵੇ, ਫੋਰ ਐਗਜ਼ਾਮਪਲ ਲੈਂਡ ਐਂਡ ਬਿਲਡਿੰਗ ਦੀ ਵੈਲਿਊ ਇਨਕਰੀਜ਼ ਹੋ ਗਈ, ਸੋ ਲੈਂਡ ਐਂਡ ਬਿਲਡਿੰਗ ਅਕਾਊਂਟ ਡੈਬਿਟ ਟੂ ਰੀਵੈਲੂਏਸ਼ਨ, ਲਾਈਬਿਲਿਟੀ ਟੂ ਰੀਵੈਲੂਏਸ਼ਨ, ਅਨਰਿਕਾਰਡਡ ਐਸੈਟ ਕੋਈ ਵੀ ਹੋ ਸਕਦਾ। ਫੋਰ ਐਗਜ਼ਾਮਪਲ ਟਾਈਪਰਾਈਟਰ ਸੀ ਜਿਹੜਾ ਅਨਰਿਕਾਰਡਡ ਸੀਗਾ, ਫਿਰ ਐਂਟਰੀ ਕੀ ਪਊਗੀ, ਟਾਈਪਰਾਈਟਰ ਅਕਾਊਂਟ ਡੈਬਿਟ ਟੂ ਰੀਵੈਲੂਏਸ਼ਨ। ਇੱਦਾਂ ਕਰਕੇ ਆਪਾਂ ਜਰਨਲ ਐਂਟਰੀਜ਼ ਪਾਸ ਕਰ ਲੈਣੀਆਂ। ਕਲੀਅਰ? Now let's understand the concept practically. For that purpose I have taken one example. See, X, Y and Z are partners sharing profits in the ratio of 2:2:1. Their balance sheet as at 31st March 2018 stood as follows. ਆ ਬੈਲੈਂਸ ਸ਼ੀਟ ਉਹਨਾਂ ਦੀ ਗਿਵਨ ਆ ਜਿਹਦੇ ਵਿੱਚ ਦੋਨੋਂ ਸਾਈਡ 'ਤੇ ਐਸੈਟਸ ਅਤੇ ਲਾਈਬਿਲਿਟੀਜ਼ ਗਿਵਨ ਆ, ਅਤੇ ਦੋਨੋਂ ਸਾਈਡ ਦਾ ਟੋਟਲ 10,60,000 ਗਿਵਨ ਆ। ਠੀਕ ਹੈ, ਹੁਣ ਦੇਖੋ ਐਡੀਸ਼ਨਲ ਇਨਫੋਰਮੇਸ਼ਨ 'ਚ ਕੀ ਆ, ਦ ਪਾਰਟਨਰਸ ਐਗਰੀਡ to share profits with effect from 1st April 2018 in ratio of 5:3:2. They also agreed to the following. ਕਿਹੜੀ ਕਿਹੜੀ ਚੀਜ਼ ਲਈ ਉਹ ਅਗਰੀ ਹੋਏ ਆ, ਵੈਲਿਊ ਆਫ ਸਟਾਕ ਇਨਕਰੀਜ਼ਡ, ਪ੍ਰੋਵੀਜ਼ਨ, ਮਸ਼ੀਨਰੀ। ਠੀਕ ਹੈ, ਇਹ ਐਡੀਸ਼ਨਲ ਇਨਫੋਰਮੇਸ਼ਨ ਗਿਵਨ ਆ। ਇਸ ਇਨਫੋਰਮੇਸ਼ਨ ਦੇ ਅਕੋਰਡਿੰਗ ਆਪਾਂ ਇਹ ਦੇਖਣਾ ਸਾਡੇ ਐਸੈਟਸ ਦੀ ਵੈਲਿਊ ਇਨਕਰੀਜ਼ ਹੋਈ ਆ, ਡਿਕਰੀਜ਼ ਹੋਈ ਆ, ਲਾਈਬਿਲਿਟੀ ਦੀ ਵੈਲਿਊ ਇਨਕਰੀਜ਼ ਹੋਈ ਆ, ਡਿਕਰੀਜ਼ ਹੋਈ ਆ, ਐਂਡ ਉਹਦੇ ਬੇਸ 'ਤੇ ਆਪਾਂ ਰੀਵੈਲੂਏਸ਼ਨ ਅਕਾਊਂਟ ਪ੍ਰੀਪੇਅਰ ਕਰਨਾ। ਠੀਕ ਹੈ, ਰੀਵੈਲੂਏਸ਼ਨ ਅਕਾਊਂਟ ਕਿੱਦਾਂ ਪ੍ਰੀਪੇਅਰ ਕਰਾਂਗੇ, ਰੀਵੈਲੂਏਸ਼ਨ ਅਕਾਊਂਟ ਦਾ ਫਾਰਮੇਟ ਬਣ ਜਾਣਾ ਬਿਲਕੁਲ ਜਿੱਦਾਂ ਆਪਾਂ ਲੈਜਰ ਅਕਾਊਂਟ ਦਾ ਫਾਰਮੇਟ ਬਣਾਉਂਦੇ ਹੁੰਦੇ ਹਾਂ। ਪਰਟੀਕੂਲਰਸ, ਅਮਾਊਂਟ,
पर्टिकुलर्स अमाउंट। ठीक है, देखो एडिशनल इन्फॉर्मेशन के अकॉर्डिंग की आ वैल्यू ऑफ स्टॉक इनक्रीज्ड टू ₹2,25,000। जिथे इनक्रीज टू लिखा यदा मतलब कि यदी वैल्यू इनक्रीज होके टोटल इन्नी हो गई है। ठीक है, पहला यदी वैल्यू किन्नी सी ਉਹਦੇ ਲਈ ਆਪਾਂ बैलेंस शीट ਨੂੰ अप्रोच करांगे। देखो बैलेंस शीट के अकॉर्डिंग की आ पहला ਉਹਦੀ वैल्यू सी 2 ਲੱਖ and now it has been increased to ₹2,25,000। increase कितना आ गया, take the difference between the two book value and the realized value, that is 25,000। and ਜੇ ਸਾਡਾ ਐਸੈਟ ਇਨਕਰੀਜ਼ ਹੋਇਆ ਹੋਵੇ ਉਹਨੂੰ ਆਪਾਂ ਰਿਕਾਰਡ ਕਰਾਂਗੇ ਕ੍ਰੈਡਿਟ ਸਾਈਡ ਤੇ ਇਹਦੇ ਵਿੱਚ ਆਪਾਂ ਐਂਟਰੀ ਪਾ ਲੈਣੀ ਆ ਬਾਏ ਸਟਾਕ ਵਿਦ ਦਾ ਇਨਕਰੀਜ਼ਡ ਵੈਲਿਊ that is ₹25,000। ਇਹਦੇ ਵਿੱਚ ਆਪਾਂ ਸਿਰਫ ਇਨਕਰੀਜ਼ਡ ਵੈਲਿਊ ਨੂੰ ਹੀ ਰਿਕਾਰਡ ਕਰਨਾ। Now let's go to adjustment 2। Provision for doubtful debts will be written back, all debtors being good। Provision for doubtful debt be written back। Provision for doubtful debt ਜਿਹੜੀ ਹੈਗੀ ਆ ਉਹ ਰਾਈਟ ਆਫ ਹੋ ਗਈ ਆ, ਮਤਲਬ ਕਿ ਖਤਮ ਹੋ ਗਈ ਆ ਤੇ ਸਾਰੇ ਦੇ ਸਾਰੇ ਡੈਟਰਸ ਕੀ ਆ ਗੁੱਡ, ਮਤਲਬ ਕਿ ਸਾਰੇ ਡੈਟਰਸ ਤੋਂ ਸਾਨੂੰ ਅਮਾਊਂਟ ਰਿਅਲਾਈਜ਼ ਹੋ ਜਾਣਾ ਵਾ। ਹੁਣ ਦੇਖੋ बैलेंस शीट 'ਚ ਉਹਨਾਂ ਨੇ ਕੀ ਕਿਹਾ ਵਾ, ਡੈਟਰਸ ਗਿਵਨ ਆ 1,10,000 ਤੇ ਆਪਾਂ ਇੱਕ ਪ੍ਰੋਵੀਜ਼ਨ ਕ੍ਰੀਏਟ ਕਰਕੇ ਰੱਖੀ ਸੀ 10,000 ਦੀ। ਲੇਕਿਨ ਹੁਣ ਇਹ ਪ੍ਰੋਵੀਜ਼ਨ ਕੀ ਹੋ ਗਈ ਹੈ ਯੂਜ਼ਲੈਸ, ਕਿਉਂਕਿ ਸਾਨੂੰ ਸਾਰੇ ਦਾ ਸਾਰਾ ਅਮਾਊਂਟ ਰਿਅਲਾਈਜ਼ ਹੋ ਜਾਣਾ। ਪ੍ਰੋਵੀਜ਼ਨ ਤੇ ਰਿਜ਼ਰਵਸ ਸਾਡੇ ਲਾਇਬਿਲਿਟੀਜ਼ ਹੁੰਦੀਆਂ ਤੇ ਜੇ ਇਹ ਵਾਲਾ ਅਮਾਊਂਟ ਸਾਡਾ ਰਾਈਟ ਆਫ ਹੋਊਗਾ ਇਹਦਾ ਮਤਲਬ ਕੀ ਸਾਡੇ ਲਈ ਲਾਇਬਿਲਿਟੀ ਰਿਡਿਊਸ ਹੋਈ ਤੇ ਜੇ ਲਾਇਬਿਲਿਟੀ ਰਿਡਿਊਸ ਹੋਊਗੀ ਉਹਨੂੰ ਆਪਾਂ ਇਹਦੇ ਵਿੱਚ ਰੀਵੈਲੂਏਸ਼ਨ ਅਕਾਊਂਟ 'ਚ ਕ੍ਰੈਡਿਟ ਸਾਈਡ ਤੇ ਪਾਵਾਂਗੇ। ਇਹਦੇ ਲਈ ਦੋ ਆਪਸ਼ਨ ਆ, ਜਾਂ ਆਪਾਂ ਪ੍ਰੋਵੀਜ਼ਨ ਲਿਖ ਕੇ ਪਾ ਸਕਦੇ ਹਾਂ ਜਾਂ ਫਿਰ ਡੈਟਰਸ ਅਕਾਊਂਟ ਦੇ ਨਾਲ ਵੀ ਇਹਨੂੰ ਰਿਕਾਰਡ ਕਰ ਸਕਦੇ ਹਾਂ ਬਾਏ ਪ੍ਰੋਵੀਜ਼ਨ ਫੋਰ ਡਾਊਟਫੁਲ ਡੈਟਸ ਅਮਾਊਂਟਿੰਗ ਟੂ ₹10,000। ਐਡਜਸਟਮੈਂਟ 3 ਵੈਲਿਊ ਆਫ ਮਸ਼ੀਨਰੀ ਰਿਡਿਊਸਡ ਬਾਏ 5%। ਜਿੱਥੇ ਬਾਏ ਲਿਖਿਆ ਇਹਦਾ ਮਤਲਬ ਇੰਨੇ ਅਮਾਊਂਟ ਦੇ ਨਾਲ ਇਨਕਰੀਜ਼ ਡਿਕਰੀਜ਼ ਹੋ ਗਈ ਹੈ। ठीक है, ਜਾਂ ਇਨਕਰੀਜ਼ ਹੋ ਗਈ। ਜਿੱਥੇ ਬਾਈ ਲਿਖਿਆ ਮਤਲਬ ਆਪਾਂ ਸਿੱਧਾ ਐਜ਼ ਇਟ ਹੀ ਉਹਨੂੰ ਰਿਕਾਰਡ ਕਰ ਲੈਣਾ। 5% ਆ, ਦੇਖੋ ਮਸ਼ੀਨਰੀ ਦੀ ਵੈਲਿਊ ਇੱਥੇ ਗਿਵਨ ਆ 3,50,000। ਠੀਕ ਹੈ, 3,50,000 ਦਾ 5% ਕੈਲਕੂਲੇਟ ਕਰ ਲਓ ਤੇ ਇਹਦਾ 5% ਕੈਲਕੂਲੇਟ ਕਰਕੇ ਕਿੰਨਾ ਆਊਗਾ 17,500। ਤੇ ਹੁਣ ਜੇ ਇਹਦੀ ਵੈਲਿਊ ਰਿਡਿਊਸ ਹੋਈ ਆ ਐਂਡ ਰਿਡਿਊਸਡ ਵੈਲਿਊ ਐਸੈਟ ਦੀ ਰਿਕਾਰਡ ਹੁੰਦੀ ਆ ਰੀਵੈਲੂਏਸ਼ਨ ਦੇ ਡੈਬਿਟ ਸਾਈਡ ਤੇ। ਐਸੈਟ ਦਾ ਨੇਮ ਕੀ ਆ ਮਸ਼ੀਨਰੀ ਤੇ ਇਹਨੂੰ ਆਪਾਂ ਇੱਥੇ ਰਿਕਾਰਡ ਕਰਾਂਗੇ ਟੂ ਮਸ਼ੀਨਰੀ ਅਕਾਊਂਟ ਦੇ ਨਾਲ। ਅਮਾਊਂਟ ਆ ਜਾਊਗਾ ਜਿੰਨੀ ਵੈਲਿਊ ਦੀ ਰਿਡਿਊਸ ਹੋਈ ਆ that is 17,500। ਕਮ ਟੂ ਨੈਕਸਟ ਐਡਜਸਟਮੈਂਟ ਵੈਲਿਊ ਆਫ ਕੰਪਿਊਟਰਸ ਵੀ ਰਿਡਿਊਸਡ ਟੂ ₹82,500। ਕੰਪਿਊਟਰਸ ਦੀ ਬੁੱਕ ਵੈਲਿਊ ਗਿਵਨ ਆ 1 ਲੱਖ ਦੀ, ਰਿਡਿਊਸ ਹੋ ਕੇ ਵੈਲਿਊ ਰਹਿ ਗਈ 82,500। ਇਹਦਾ ਮਤਲਬ ਇਹਦੇ ਵਿੱਚ ਵੀ ਸੇਮ ਟ੍ਰੀਟਮੈਂਟ, ਕੰਪਿਊਟਰ ਦੀ ਫਿਕਸ ਐਸੈਟ ਆ, ਕੰਪਿਊਟਰਸ ਅਕਾਊਂਟ ਜਿੰਨੇ ਅਮਾਊਂਟ ਦੇ ਨਾਲ ਵੈਲਿਊ ਰਿਡਿਊਸ ਹੋ ਕੇ ਆਈ ਆ ਉਹਨੂੰ ਆਪਾਂ ਸੇਮ ਨੂੰ ਰਿਕਾਰਡ ਕਰ ਲੈਣਾ 17,500। ਠੀਕ ਹੈ, ਦੋਨਾਂ ਦਾ ਡਿਫਰੈਂਸ ਲੈ ਕੇ ਬੁੱਕ ਵੈਲਿਊ ਦਾ ਤੇ ਰਿਅਲਾਈਜ਼ਡ ਵੈਲਿਊ ਦਾ ਉਹ ਆ ਗਿਆ 17,500। ਹੁਣ ਦੇਖੋ ਲਾਸਟ ਐਡਜਸਟਮੈਂਟ ਕੀ ਗਿਵਨ ਆ, ਗੁੱਡਵਿਲ ਆਫ ਦਾ ਫਰਮ ਫॉर ਦਾ ਪਰਪਸ ਵਾਸ ਵੈਲਿਊਡ ਐਟ ₹1 ਲੱਖ। ਜਿਹੜੀ ਇਹ ਵਾਲੀ ਗੁੱਡਵਿਲ ਦੀ ਵੈਲਿਊ ਗਿਵਨ ਹੁੰਦੀ ਆ ਇਹ ਹੁੰਦੀ ਆ ਵੈਲਿਊਏਸ਼ਨ ਆਫ ਦਾ ਨਿਊ ਗੁੱਡਵਿਲ ਆਫ ਦਾ ਫਰਮ। ਇਹ ਜਿਹੜੀ ਆਪਾਂ ਨਿਊ ਗੁੱਡਵਿਲ ਕੈਲਕੂਲੇਟ ਕੀਤੀ ਆ ਤੇ ਗੁੱਡਵਿਲ ਦੀ ਐਡਜਸਟਮੈਂਟ ਆਪਾਂ ਸੇਮ ਉਸ ਤਰ੍ਹਾਂ ਹੀ ਕਰਨੀ ਆ ਜਿੱਦਾਂ ਆਪਾਂ ਪਹਿਲਾਂ ਕੰਸੈਪਟ ਡਿਸਕਸ ਕੀਤੇ ਸੀਗੇ, ਗੇਨਿੰਗ ਪਾਰਟਨਰਸ ਕੈਪੀਟਲ ਅਕਾਊਂਟ ਡੈਬਿਟ ਟੂ ਸੈਕਰੀਫਾਈਸਿੰਗ ਪਾਰਟਨਰਸ ਕੈਪੀਟਲ ਅਕਾਊਂਟ ਤੇ ਉਹਦੇ ਪਰਪਸ ਲਈ ਸਾਨੂੰ ਗੇਨ ਤੇ ਸੈਕਰੀਫਾਈਸ ਕੈਲਕੂਲੇਟ ਕਰਨਾ ਪਊਗਾ। ਠੀਕ ਹੈ, now it's done with the revaluation account, so we have to take the difference between the two sides and we have to find out the profit or loss। Now see total of the both sides 25,000 plus 10,000 it will be 35,000 and on debit side it will be 35,000, so there will be no profit no loss situation। So we just write the total on both the sides and close the revaluation account।
ठीक है। ਹੁਣ ਦੇਖੋ ਇਹਦੀ ਡਿਮਾਂਡ ਕੀ ਸੀਗੀ ਨਿਊਮੈਰੀਕਲ ਦੀ, ਪਾਸ ਐਨ ਐਡਜਸਟਮੈਂਟ ਐਂਟਰੀ ਗਿਵਿੰਗ ਇਫੈਕਟ ਟੂ ਅਬਵ arrangements and prepare balance sheet of the new firm after adjustment when the partner decide to carry the assets and liabilities at their revised values and general reserve and profit and loss account at their existing values। ठीक है, assets ਤੇ liabilities ਨੂੰ revised value ਤੇ ਆਪਾਂ ਰਿਕਾਰਡ ਕਰਨਾ, ਜਨਰਲ ਰਿਜ਼ਰਵ ਪ੍ਰੋਫਿਟ ਐਂਡ ਲੋਸ ਨੂੰ ਉਹਨਾਂ ਦੀ ਐਗਜ਼ਿਸਟਿੰਗ ਵੈਲਿਊ 'ਤੇ, ਮਤਲਬ ਕਿ ਰਾਈਟ ਆਫ ਨਹੀਂ ਕਰਨੇ, ਉਹਨਾਂ ਨੂੰ ਆਪਾਂ ਕੈਰੀ ਕਰਨਾ। ਸੈਕਿੰਡ ਕੇਸ, ਪਾਰਟਨਰ ਡਿਸਾਈਡ ਟੂ ਕੈਰੀ ਐਸਟ ਲਾਈਬਿਲਿਟੀ ਇਨਕਲੂਡਿੰਗ ਜਨਰਲ ਰਿਜ਼ਰਵ ਪ੍ਰੋਫਿਟ ਐਂਡ ਲੋਸ ਅਕਾਊਂਟ ਐਟ ਦੇਅਰ ਐਗਜ਼ਿਸਟਿੰਗ ਵੈਲਿਊਜ਼ ਐਂਡ ਬਾਈ ਪਾਸਿੰਗ ਸਿੰਗਲ ਐਡਜਸਟਮੈਂਟ ਐਂਟਰੀ। ਅਤੇ ਉਹਨਾਂ ਨੂੰ ਆਪਾਂ ਰਿਕਾਰਡ ਕਰਨਾ ਸਾਡੇ ਬੁੱਕ ਵੈਲਿਊਜ਼ 'ਤੇ, ਮਤਲਬ ਕਿ ਰਿਵਾਈਜ਼ ਵੈਲਿਊਜ਼ ਨੂੰ ਇਗਨੋਰ ਕਰ ਦੇਣਾ ਅਤੇ ਉਹਨਾਂ ਦੀ ਇੱਕ ਸਿੰਗਲ ਐਡਜਸਟਮੈਂਟ ਐਂਟਰੀ ਪਾਉਣੀ ਆ। ठीक है। नाउ फॉर दैट परपज़ एज पर केस 1 ਹੁਣ ਜਿਹੜੇ ਐਸੈਟਸ ਤੇ ਲਾਇਬਿਲਿਟੀਜ਼ ਆ ਇਹਨਾਂ ਦੀ ਆਪਾਂ ਰਿਵਾਈਜ਼ਡ ਵੈਲਿਊਜ਼ ਰਿਕਾਰਡ ਕਰਨੀਆਂ, ਜਨਰਲ ਰਿਜ਼ਰਵ ਪ੍ਰੋਫਿਟ ਐਂਡ ਲੋਸ ਅਕਾਊਂਟ ਉਹਨਾਂ ਨੂੰ ਆਪਾਂ ਐਗਜ਼ਿਸਟਿੰਗ ਵੈਲਿਊਜ਼ ਤੇ ਰਿਕਾਰਡ ਕਰਨਾ। ਤੇ ਐਗਜ਼ਿਸਟਿੰਗ ਵੈਲਿਊਜ਼ ਜਨਰਲ ਰਿਜ਼ਰਵ ਤੇ ਪ੍ਰੋਫਿਟ ਐਂਡ ਲੋਸ ਅਕਾਊਂਟ ਤੇ ਕਿੰਨੇ ਗਿਵਨ ਆ, ਦੇਖੋ ਜਨਰਲ ਰਿਜ਼ਰਵ ਇਹ ਗਿਵਨ ਆ 75,000 ਦਾ, ਪ੍ਰੋਫਿਟ ਐਂਡ ਲੋਸ ਗਿਵਨ ਆ 50,000 ਦਾ। ਠੀਕ ਆ, ਦੋਨਾਂ ਦਾ ਟੋਟਲ ਕਿੰਨਾ ਆਉਂਦਾ ਪਿਆ 1,25,000। ਇਹਨਾਂ ਨੂੰ ਆਪਾਂ ਬੁੱਕ ਵੈਲਿਊ 'ਤੇ ਰਿਕਾਰਡ ਕਰਨਾ। ਪਰ ਜਦੋਂ ਵੀ ਆਪਾਂ ਬੁੱਕ ਵੈਲਿਊ 'ਤੇ ਵੀ ਕਿਸੇ ਲਾਇਬਿਲਿਟੀ ਨੂੰ ਜਾਂ ਕਿਸੇ ਫਿਕਟੀਸ਼ੀਅਸ ਐਸੈਟ ਨੂੰ ਕੈਰੀ ਕਰਨਾ ਹੋਵੇ, ਉਹਦੇ ਲਈ ਸਭ ਤੋਂ ਪਹਿਲਾਂ ਸਾਨੂੰ ਜਿਹੜੀ ਗੇਨਿੰਗ ਸੈਕਰੀਫਾਈਸਿੰਗ ਰੇਸ਼ੋ ਦੇ ਵਿੱਚ ਆ ਉਹ ਐਡਜਸਟਮੈਂਟ ਕਰਨੀ ਹੁੰਦੀ ਹੈ। ਜਦੋਂ ਵੀ ਰੇਸ਼ੋ ਚੇਂਜ ਹੋਊਗੀ ਉਸ ਕੇਸ ਦੇ ਵਿੱਚ ਜਦੋਂ ਜਨਰਲ ਰਿਜ਼ਰਵ ਪ੍ਰੋਫਿਟ ਐਂਡ ਲੋਸ ਅਕਾਊਂਟ ਜਾਂ ਹੋਰ ਕਿਸੇ ਰਿਜ਼ਰਵ ਨੂੰ ਆਪਾਂ ਐਗਜ਼ਿਸਟਿੰਗ ਵੈਲਿਊ 'ਤੇ ਜਾਂ ਬੁੱਕ ਵੈਲਿਊ 'ਤੇ ਕੈਰੀ ਕਰਨਾ ਹੋਵੇ, ਉਸ ਕੇਸ ਦੇ ਵਿੱਚ ਆਪਾਂ ਇੱਕ ਐਡਜਸਟਮੈਂਟ ਐਂਟਰੀ ਪਾਸ ਕਰਨੀ ਹੁੰਦੀ ਆ। ਐਡਜਸਟਮੈਂਟ ਐਂਟਰੀ ਹੁੰਦੀ ਹੈ ਗੇਨਿੰਗ ਪਾਰਟਨਰ ਕੈਪੀਟਲ ਅਕਾਊਂਟ ਡੈਬਿਟ ਟੂ ਸੈਕਰੀਫਾਈਸਿੰਗ ਪਾਰਟਨਰ ਕੈਪੀਟਲ ਅਕਾਊਂਟ। ਠੀਕ ਹੈ, ਇਹ ਵਾਲੀ ਜਰਨਲ ਐਂਟਰੀ ਪਾਸ ਆਊਟ ਹੋਣੀ ਹੈ। ਅਤੇ ਇਹਦੇ ਵਿੱਚ ਹੁਣ ਜਰਨਲ ਐਂਟਰੀ ਦੇਖੋ ਕਿੱਦਾਂ ਪਾਸ ਹੋਊਗੀ। ਪਹਿਲਾਂ ਗੇਨਿੰਗ ਅਤੇ ਸੈਕਰੀਫਾਈਸ ਕੈਲਕੂਲੇਟ ਕਰ ਲਓ। ਐਕਸ ਸੈਕਰੀਫਾਈਸ ਔਰ ਗੇਨ ਕਿੱਦਾਂ ਆਊਗਾ, ਉਹਦੀ ਓਲਡ ਰੇਸ਼ੋ ਸੀਗੀ 2/5 ਐਂਡ ਹਿਜ਼ ਨਿਊ ਸ਼ੇਅਰ ਇਜ਼ 5/10, 5:3:2। ਠੀਕ ਹੈ, 5:3:2 ਇਹਦਾ ਆ ਗਿਆ 5/10। सो by taking the 10 as LCM, ठीक है, 4 minus 5/10 it will be minus 1/10। ਇਹਦਾ ਮਤਲਬ ਕੀ ਹੈ, x is the gaining partner, ਇਹਨੂੰ ਗੇਨ ਹੋ ਰਿਹਾ ਕਿਉਂਕਿ ਇਹ ਮਾਈਨਸ 'ਚ ਆ ਗਿਆ। now calculate y's sacrifice or gain। y's old share is is 2/5, new share is 3/10, so his share will be 2/5 minus 3/10, it will be 4 minus 3/10 and his sacrifice will be 1/10। Z's sacrifice or gain will be his old share is 1/5 and his new share is 2/10। 2 minus 2/10, so there will be no sacrifice and gain to Z। ਇਹਦਾ ਮਤਲਬ ਗੇਨ ਤੇ ਸੈਕਰੀਫਾਈਸ ਕਿਹਨੂੰ ਹੋਇਆ ਵਾ, x ਨੂੰ ਤੇ y ਨੂੰ। x ਇਜ਼ ਗੇਨਿੰਗ ਪਾਰਟਨਰ, y ਇਜ਼ ਸੈਕਰੀਫਾਈਸਿੰਗ ਪਾਰਟਨਰ। ਐਂਟਰੀ ਪਾਵਾਂਗੇ ਗੇਨਿੰਗ ਪਾਰਟਨਰ ਮਤਲਬ ਕਿ x ਕੈਪੀਟਲ ਅਕਾਊਂਟ ਡੈਬਿਟ ਟੂ y's ਕੈਪੀਟਲ ਅਕਾਊਂਟ। ਇਹਦੇ ਵਿੱਚ ਐਂਟਰੀ ਪਈ ਜਾਣੀ x ਕੈਪੀਟਲ ਅਕਾਊਂਟ ਡੈਬਿਟ ਟੂ y's ਕੈਪੀਟਲ ਅਕਾਊਂਟ। ਅਮਾਊਂਟ ਇਹਦੇ ਵਿੱਚ ਕਿਹੜਾ ਰਿਕਾਰਡ ਹੋਊਗਾ, ਹੁਣ ਦੇਖੋ ਰਿਜ਼ਰਵ ਫੰਡ ਤੇ ਪ੍ਰੋਫਿਟ ਐਂਡ ਲੋਸ ਦਾ ਟੋਟਲ ਆ ਗਿਆ 1,25,000। ਤੇ ਗੁੱਡਵਿਲ 'ਤੇ ਵੀ ਆਪਾਂ ਸੇਮ ਐਂਟਰੀ ਪਾਸ ਆਊਟ ਕਰਨੀ ਹੁੰਦੀ ਹੈ। ਗੁੱਡਵਿਲ ਕਿੰਨੀ ਗਿਵਨ ਆ 1 ਲੱਖ ਦੀ। ਇਹਦਾ ਮਤਲਬ ਕਿ
टोटल एडजस्टमेंट एंट्री आप कितनी पावांगे 1 लाख प्लस 1,25,000 टोटल आ गया 2,25,000 2,25,000 तो ये उन्होंने शेयर अपलाई करा दैट इज़ 1/10 गेमिंग सैक्रीफाइसिंग शेयर 1/10 फॉर बोथ। तो ये अमाउंट डेबिट हो गया वाई दे 22,500 एंड सेम विल बी क्रेडिटेड फॉर वाई दैट इज़ 22,500। ठीक है, ये थोड़ी होगी एडजस्टमेंट एंट्री। एज पर द डिमांड ऑफ क्वेश्चन वी हैव पास्ड द एडजस्टमेंट एंट्री। ये वाली थोड़ी एडजस्टमेंट एंट्री पैनी है। सैकेंड उन्होंने की किया वा वी हैव टू प्रिपेयर बैलेंस शीट। जो आप बैलेंस शीट प्रिपेयर करांगे बैलेंस शीट कितना होनी है प्रिपेयर देखो बैलेंस शीट with the revised value of assets and liabilities and book value of general reserve and profit and loss account. Liabilities amount assets amount। ਹੁਣ ਦੇਖੋ ਇਹਦੇ ਵਿੱਚ ਕਿਹੜੇ ਕਿਹੜੇ ਸਾਨੂੰ ਐਸੈਟਸ ਲਾਇਬਿਲਿਟੀਜ਼ ਗਿਵਨ ਆ। ਕੈਸ਼ ਇਨ ਹੈਂਡ will be recorded at its book value as no changes there. Cash at bank recorded as same. Bills receivable will also be recorded at book value that is 20,000. Next sundry debtors ਦੀ ਹੁਣ ਵੈਲਿਊ ਕਿਹੜੀ ਰਿਕਾਰਡ ਹੋਣੀ ਹੈ ਇੱਥੇ ਗਿਵਨ ਆ 1,10,000 माइनस 10,000 लेकिन हुण जी प्रोविजन है तो खत्म हो चुकी है। इसका मतलब प्रोविजन का काम खत्म तो आप रिकॉर्ड करा 1,10,000 पे 1,10,000। स्टॉक विल ऑल्सो भी टेकन एट रिवाइज्ड वैल्यू। स्टॉक की पहला वैल्यू गिवन सी 2 लाख की रिवाइज्ड वैल्यू वो गिवन सी 2,25,000 सो इट विल बी रिकॉर्डेड एट रिवाइज्ड वैल्यू दैट इज़ 2,25,000। नेक्स्ट मशीनरी बुक वैल्यू ऑफ मशीनरी इज़ 3,50,000 तो वो रिडक्शन कितनी आई सी 17,500 की। ये भी रिवाइज वैल्यू तो रिकॉर्ड होनी है। इसका मतलब 3,32,500। ठीक है, बाय डिडक्टिंग द रिड्यूस्ड अमाउंट। नेक्स्ट वी हैव टू रिकॉर्ड कंप्यूटर्स at their revised value। computers revised value of computers is given 82,500। last one is furniture। there is no change in the value of furniture so furniture will be recorded at its book value that is 25,000। ठीक है, now come to liability side। there is no change in the value of sundry creditors so sundry creditors will be recorded at its book value that is 1,20,000। outstanding expenses no change in the value of outstanding as well so recorded at book value। general reserve ठीक है, जनरल रिजर्व उन्होंने हुण की क्या सी जनरल रिजर्व इज़ टू बी रिकॉर्ड एट देयर एग्जिस्टिंग वैल्यूज़। एग्जिस्टिंग वैल्यू जनरल रिजर्व की गिवन आ 75,000 तो सेम वैल्यू तो आप इन्हू रिकॉर्ड करांगे। एंड सेम फॉर प्रॉफिट एंड लॉस अकाउंट 50,000। ठीक है, नाउ वी हैव टू पोस्ट द बैलेंस ऑफ कैपिटल अकाउंट्स फॉर एक्स वाई एंड जेड। एक्स वाई तो जेड हुण एक्स का बैलेंस गिवन आ 3 लाख का वाई का 280 एंड जेड्स बैलेंस इज़ 220। जेड का कोई सैक्रीफाइस गेन नहीं होया सो जेड्स बैलेंस विल रिमेन द सेम 2,20,000। हुण एक्स के कैपिटल अकाउंट च की है एक्स का कैपिटल अकाउंट के बैलेंस गिवन आ 3 लाख का लेकिन इत्थे एक्स डेबिट होया 22,500 के नाल। तो इसका मतलब की आ ਉਹਦੇ अकाउंट ਦੇ ਵਿੱਚੋਂ ਇਹ ਵਾਲਾ ਅਮਾਊਂਟ ਆਪਾਂ ਕੀ ਕਰਾਂਗੇ ਡਿਡਕਟ ਮਾਈਨਸ ਕਰ ਲਵਾਂਗੇ। सो बाय डिडक्टिंग
22,500 from 3 lakh, it will be 2,77,500 ਤੇ ਸੇਮ ਬੈਲੈਂਸ ਆਪਾਂ ਪਲੱਸ ਕਰ ਦੇਵਾਂਗੇ y ਦੇ ਵਿੱਚ। ਇਹਦਾ ਮਤਲਬ ਉਹਦਾ ਬੈਲੈਂਸ ਕਿੰਨਾ ਹੋ ਗਿਆ 3,02,500, ਠੀਕ ਹੈ। ਐਂਡ ਟੋਟਲ ਵਿਲ ਰਿਮੇਨ ਦਾ ਸੇਮ, ਟੋਟਲ ਇਹਦੇ 'ਚ ਸੇਮ ਰਹੂਗਾ ਇਹਨਾਂ ਦਾ ਤਿੰਨਾਂ ਦਾ, that is 8 lakh, and total of balance sheet will also remain the same। ਟੋਟਲ ਇਹਦੇ ਵਿੱਚ ਬੈਲੈਂਸ ਸ਼ੀਟ ਦਾ ਸੇਮ ਰਹਿਣਾ, ਰੀਜ਼ਨ ਕੀ ਆ, ਕਿਉਂਕਿ ਜਿਹੜੀ ਐਸੈਟਸ ਐਂਡ ਲਾਇਬਿਲਿਟੀਜ਼ ਦੀਆਂ ਵੈਲਿਊਜ਼ ਰਿਵਾਈਜ਼ ਹੋਈਆਂ ਸੀ ਉਹਦੇ ਵਿੱਚ ਡੈਬਿਟ ਤੇ ਕ੍ਰੈਡਿਟ ਸਾਈਡ ਦੋਨਾਂ ਦਾ ਟੋਟਲ ਸੇਮ ਆ ਗਿਆ ਸੀ। ਜੇ ਇਹਦੇ ਵਿੱਚ ਸੇਮ ਟੋਟਲ ਨਾ ਆਉਂਦਾ, ਪ੍ਰੋਫਿਟ ਜਾਂ ਲੋਸ ਨਿਕਲਦਾ, ਫਿਰ ਉਹਦੇ ਟੋਟਲ ਦੇ ਵਿੱਚ ਵੀ ਚੇਂਜ ਆਉਣਾ ਸੀ, ਲੇਕਿਨ ਬੈਲੈਂਸ ਸ਼ੀਟ ਦਾ ਟੋਟਲ ਹਮੇਸ਼ਾ ਮੈਚ ਜ਼ਰੂਰ ਕਰੂਗਾ। ਕਲੀਅਰ? ਥੈਂਕ ਯੂ।